ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅੰਦਰ ਵੜ ਕੇ ਰੋ ਕੇ ਅੱਖਾਂ ਪੂੰਝ ਕੇ ਬਾਹਰ ਆ ਜਾਂਦਾ। ਮੈਂ ਕਦੇ ਵੀ ਆਪਣੀ ਪਤਨੀ ਸਾਹਮਣੇ ਨਹੀਂ ਰੋਇਆ ਸੀ, ਕਿਉਂਕਿ ਮੈਂ ਆਪਣੀ ਪਤਨੀ ਨੂੰ ਹੋਰ ਕਮਜ਼ੋਰ ਨਹੀਂ ਕਰਨਾ ਚਾਹੁੰਦਾ ਸੀ। ਮੈਨੂੰ ਪਤਾ ਸੀ ਕਿ ਜੇਕਰ ਮੈਂ ਉਸਦੇ ਸਾਹਮਣੇ ਰੋ ਪਿਆ ਤਾਂ ਉਹ ਬਿਲਕੁਲ ਹੀ ਟੁੱਟ ਜਾਵੇਗੀ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੇਰੀ ਪਤਨੀ ਨੂੰ ਇਸ ਗੱਲ ਦਾ ਪਤਾ ਨਾ ਲੱਗੇ, ਪਰ ਇੱਕ ਦਿਨ ਉਸ ਨੂੰ ਪਤਾ ਹੀ ਲੱਗ ਗਿਆ। ਮੈਂ ਉਸ ਦਾ ਇਲਾਜ ਤਾਂ ਪਹਿਲਾਂ ਹੀ ਸ਼ੁਰੂ ਕਰਵਾ ਦਿੱਤਾ ਸੀ। ਇਹ ਵੱਖਰੀ ਗੱਲ ਸੀ ਕਿ ਉਸ ਨੂੰ ਇਸ ਬਿਮਾਰੀ ਬਾਰੇ ਦੱਸਿਆ ਨਹੀਂ ਸੀ। ਉਤੋਂ ਮੇਰੀ ਪਤਨੀ ਮਾਂ ਬਣਨ ਵਾਲੀ ਸੀ। ਡਾਕਟਰਾਂ ਨੇ ਮੈਨੂੰ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਕਿ ਤੇਰੀ ਪਤਨੀ ਕੋਲ ਵੱਧ ਤੋਂ ਵੱਧ 1 ਸਾਲ ਦਾ ਸਮਾਂ ਹੈ। ਮੇਰੀ ਪਤਨੀ ਨੂੰ 6ਵਾਂ ਮਹੀਨਾ ਲੱਗਿਆ ਹੋਇਆ ਸੀ। ਇੱਕ ਪਾਸੇ ਜਿੱਥੇ ਔਲਾਦ ਹੋਣ ਦੀ ਖੁਸ਼ੀ ਸੀ, ਪਰ ਦੂਸਰੇ ਪਾਸੇ ਬਹੁਤ ਵੱਡਾ ਦੁੱਖ ਸੀ। ਪਰ ਮੈਂ ਕੋਸ਼ਿਸ਼ ਜਾਰੀ ਰੱਖੀ ਸੀ। ਮੈਂ ਐਵੇਂ ਕਿਵੇਂ ਨਾ ਕਿਵੇਂ ਆਪਣੀ ਪਤਨੀ ਨੂੰ ਹਰ ਹਾਲਤ ਵਿੱਚ ਬਚਾਉਣਾ ਚਾਹੁੰਦਾ ਸੀ। ਮੈਂ ਜ਼ਮੀਨ ਆਸਮਾਨ ਇੱਕ ਕਰ ਰੱਖਿਆ ਸੀ। ਮੈਂ ਇੱਕ ਫੌਜੀ ਸੀ ਤੇ ਮੈਂ ਫੌਜ ਵਿੱਚੋਂ ਛੁੱਟੀ ਲੈ ਕੇ ਆ ਗਿਆ ਸੀ। ਮੈਂ ਸੁਬਾਹ ਹੀ ਉਸ ਨੂੰ ਹੋਰ ਹਸਪੀਟਲ ਵਿੱਚ ਲੈ ਕੇ ਜਾਂਦਾ ਤੇ ਸ਼ਾਮ ਨੂੰ ਹੋਰ ਕਿਤੇ ਲੈ ਕੇ ਜਾਂਦਾ। ਮੈਨੂੰ ਆਸ ਦੀ ਕਿਤੇ ਨਾ ਕਿਤੇ ਮੇਰੇ ਪੱਲੇ ਖੈਰ ਜ਼ਰੂਰ ਪਵੇਗੀ। ਇੱਕ ਦਿਨ ਅਸੀਂ ਲੋਕਾਂ ਦੀ ਕਹੀ ਸੁਣ ਕੇ ਮੁਰਾਦਾਬਾਦ ਦਵਾਈ ਲੈਣ ਚਲੇ ਗਏ। ਮੈਂ ਤੇ ਮੇਰੀ ਪਤਨੀ ਦੋਨਾਂ ਹੀ ਸੀ। ਆਉਂਦਿਆਂ ਨੂੰ ਪਤਾ ਨਹੀਂ ਕਿਵੇਂ ਮੇਰੀ ਅੱਖ ਲੱਗ ਗਈ ਤੇ ਗੱਡੀ ਜਾ ਕੇ ਸਿੱਧੀ ਕੰਧ ਵਿੱਚ ਵੱਜੀ। ਕਿੰਨਾ ਸਮਾਂ ਹੀ ਮੈਂ ਬੇਹੋਸ਼ ਰਿਹਾ। ਮੇਰੀ ਪਤਨੀ ਨੂੰ ਹੋਸ਼ ਆਇਆ ਤਾਂ ਉਸਨੇ ਸਾਡੇ ਘਰ ਫੋਨ ਲਗਾਇਆ। ਫਿਰ ਮੇਰੇ ਆਂਢ ਗੁਆਂਢ ਦੇ ਕੁਝ ਮੁੰਡੇ ਪਹੁੰਚੇ ਜੋ ਸਾਨੂੰ ਇੱਥੋਂ ਤੱਕ ਲੈ ਕੇ ਆਏ। ਉਸ ਦਿਨ ਅਸੀਂ ਦੋਨੇ ਪਤਨੀ ਮਰਦੇ ਬਚੇ। ਇਸ ਤਰ੍ਹਾਂ ਇਲਾਜ ਕਰਵਾਉਂਦਿਆਂ ਪਤਾ ਹੀ ਨਹੀਂ ਲੱਗਾ ਕਦੋਂ 3 ਮਹੀਨੇ ਬੀਤ ਗਏ ਤੇ 3 ਮਹੀਨਿਆਂ ਬਾਅਦ ਮੇਰੀ ਪਤਨੀ ਨੇ 2 ਖੂਬਸੂਰਤ ਬੇਟੀਆਂ ਨੂੰ ਜਨਮ ਦਿੱਤਾ। ਮੈਂ ਮੁੰਡਾ ਕੁੜੀ ਵਿੱਚ ਕੋਈ ਵੀ ਫਰਕ ਨਹੀਂ ਸਮਝਦਾ। ਬੇਟੀਆਂ ਦੇ ਜਨਮ ਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ, ਪਰ ਵਿੱਚੋਂ ਵਿੱਚ ਇਸ ਗੱਲ ਦਾ ਦੁੱਖ ਖਾਈ ਜਾ ਰਿਹਾ ਸੀ ਕਿ ਮੇਰੀ ਪਤਨੀ ਦਾ ਕੀ ਬਣੇਗਾ, ਕਿਉਂਕਿ ਮੈਂ ਆਪਣੇ ਬੱਚੇ ਆਪਣੀ ਪਤਨੀ ਨਾਲ ਰਹਿ ਕੇ ਹੀ ਪਾਲਣਾ ਚਾਹੁੰਦਾ ਸੀ। ਮਾਂ ਤੋਂ ਬਿਨਾਂ ਬੱਚੇ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ ਤੇ ਨਾ ਹੀ ਬੱਚੇ ਨੂੰ ਉਹ ਖੁਸ਼ੀ ਮਿਲਦੀ ਹੈ ਜੋ ਖੁਸ਼ੀ ਇੱਕ ਮਾਂ ਦੇ ਸਕਦੀ ਹੈ। ਅਸੀਂ ਛੋਟੀਆਂ ਬੱਚੀਆਂ ਨੂੰ ਘਰ ਛੱਡ ਕੇ ਦਵਾਈ ਲੈਣ ਜਾਂਦੇ। ਮੈਂ ਇੱਕ ਦਿਨ ਵੀ ਘਰ ਟਿਕ ਕੇ ਨਹੀਂ ਬੈਠਾ ਸੀ। ਮੈਂ ਕਿਵੇਂ ਨਾ ਕਿਵੇਂ ਆਪਣੀ ਪਤਨੀ ਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਸੀ। ਮੈਂ ਇਹ ਸਹਿਣ ਨਹੀਂ ਕਰ ਸਕਦਾ ਸੀ ਕਿ ਮੇਰੀ ਪਤਨੀ ਮੈਨੂੰ ਛੱਡ ਕੇ ਚਲੀ ਜਾਵੇ। ਪਰ 6 ਮਹੀਨੇ ਮੈਂ ਦਿਨ ਰਾਤ ਇੱਕ ਕੀਤਾ। ਮੈਂ ਨਾ ਦਿਨ ਖੜਦਾ ਸੀ ਤੇ ਨਾ ਰਾਤ ਨੂੰ ਖੜਦਾ ਸੀ। ਇੱਕ ਦਿਨ ਮੇਰੀ ਪਤਨੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਤੇ ਉਸਦਾ ਬਹੁਤ ਜ਼ੋਰ ਦੀ ਸਿਰ ਦਰਦ ਕਰਨ ਲੱਗਾ। ਅਸੀਂ ਮੇਰੀ ਪਤਨੀ ਨੂੰ ਲੈ ਕੇ ਦਿੱਲੀ ਜਾ ਰਹੇ ਸੀ। ਮੈਂ ਆਪਣੀ ਸਾਸੂ ਨੂੰ ਫੋਨ ਕਰਕੇ ਬੁਲਾ ਲਿਆ ਸੀ। ਘਰ ਮੇਰੀਆਂ 2 ਛੋਟੀਆਂ ਬੇਟੀਆਂ ਸੀ, ਜਿਨ੍ਹਾਂ ਨੂੰ ਮੇਰੀ ਮਾਂ ਤੇ ਮੇਰੀ ਭੈਣ ਹੀ ਸਾਂਭਦੀਆਂ ਸਨ। ਮੇਰੀ ਪਤਨੀ ਦਿੱਲੀ ਜਾਣ ਤੋਂ ਪਹਿਲਾਂ ਦੋਵਾਂ ਧੀਆਂ ਨੂੰ ਗਲ ਲਗਾ ਕੇ ਬਹੁਤ ਰੋਈ। ਉਸਨੂੰ ਇਸ ਤਰ੍ਹਾਂ ਰੋਂਦਿਆਂ ਵੇਖ ਸਾਡਾ ਸਭ ਦਾ ਮਨ ਭਰ ਗਿਆ। ਮੇਰੇ ਪਿਤਾ ਤੇ ਮੇਰੀ ਮਾਂ ਨੇ ਮੇਰੀ ਪਤਨੀ ਤੋਂ ਬੇਟੀਆਂ ਫੜ ਲਈਆਂ ਤੇ ਉਸ ਨੂੰ ਗੱਡੀ ਵਿੱਚ ਬੈਠਣ ਲਈ ਕਿਹਾ, ਪਰ ਗੱਡੀ ਵਿੱਚ ਬੈਠਣ ਤੋਂ ਪਹਿਲਾਂ ਮੇਰੀ ਪਤਨੀ ਨੇ ਦੋਵਾਂ ਹੱਥ ਜੋੜ ਕੇ ਮੇਰੀ ਮਾਂ ਤੇ ਪਿਓ ਨੂੰ ਕਿਹਾ, ਮੰਮੀ ਜੀ ਤੇ ਪਾਪਾ ਜੀ, ਪਤਾ ਨਹੀਂ ਮੈਂ ਹੁਣ ਇਸ ਘਰ ਵਿੱਚ ਦੁਬਾਰਾ
ਵਾਪਸ ਮੁੜ ਕੇ ਆਵਾਂਗੀ ਜਾਂ ਨਹੀਂ, ਪਰ ਤੁਸੀਂ ਮੇਰੀਆਂ ਧੀਆਂ ਨੂੰ ਰੁਲਣ ਨਾ ਦਿਓ। ਮੇਰੀਆਂ ਧੀਆਂ ਨੂੰ ਉਵੇਂ ਹੀ ਪਾਲਣਾ ਜਿਵੇਂ ਇੱਕ ਮਾਂ ਪਾਲਦੀ ਹੈ। ਮੇਰੇ ਪਿਤਾ ਨੇ ਮੇਰੀ ਪਤਨੀ ਦੇ ਸਿਰ 'ਤੇ ਹੱਥ ਫੇਰਦੇ ਹੋਇਆ ਕਿਹਾ, ਪਹਿਲੀ ਗੱਲ ਤਾਂ ਪੁੱਤ ਇਹੋ ਜਿਹੇ ਬੋਲ ਮੂੰਹੋਂ ਨਾ ਕੱਢ। ਤੂੰ ਇਸ ਘਰ ਦੇ ਵਿੱਚ ਠੀਕ ਠਾਕ ਵਾਪਸ ਜ਼ਰੂਰ ਆਵੇਂਗੀ। ਤੇ ਦੂਸਰੀ ਗੱਲ, ਇਹਨਾਂ ਬੱਚਿਆਂ ਦੀ ਫਿਕਰ ਨਾ ਕਰ। ਅਸੀਂ ਇਹਨਾਂ ਨੂੰ ਜਾਨੋਂ ਵੱਧ ਪਿਆਰ ਕਰਦੇ ਹਾਂ। ਇਹ ਕਹਿੰਦੇ ਰਹਿ ਗਏ, ਸਾਡੇ ਜਿਉਂਦੇ ਜੀ ਇਹਨਾਂ ਦਾ ਅਸੀਂ ਵਾਲ ਵੀ ਵਿੰਗਾ ਨਹੀਂ ਹੋਣ ਦਿੰਦੇ। ਮੇਰੀ ਪਤਨੀ ਨੇ ਇੱਕ ਠੰਡਾ ਹੌਂਕਾ ਲਿਆ ਤੇ ਦੋ ਬੱਚਿਆਂ ਦੇ ਸਿਰ 'ਤੇ ਪਿਆਰ ਨਾਲ ਹੱਥ ਫੇਰਿਆ ਤੇ ਫਿਰ ਉਹ ਗੱਡੀ ਦੇ ਵਿੱਚ ਪਿਛਲੀ ਸੀਟ 'ਤੇ ਲੰਬੀ ਪੈ ਗਈ। ਮੇਰੀ ਸੱਸ ਨੇ ਮੇਰੀ ਪਤਨੀ ਦਾ ਸਿਰ ਆਪਣੀ ਗੋਦ ਵਿੱਚ ਰੱਖ ਲਿਆ ਤੇ ਪੋਲਾ-ਪੋਲਾ ਸਿਰ ਘੁੱਟਣ ਲੱਗੀ। ਮੈਂ ਗੱਡੀ ਚਲਾ ਰਿਹਾ ਸੀ। ਸਫ਼ਰ ਬਹੁਤ ਲੰਬਾ ਸੀ, ਪਰ ਇਹ ਸਫ਼ਰ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਸੀ। ਮੈਂ ਪਤਾ ਨਹੀਂ ਮਨ ਵਿੱਚ ਕੀ ਸੋਚਦਾ ਜਾ ਰਿਹਾ ਸੀ। ਕਦੇ ਮਨ ਭਰ ਜਾਂਦਾ ਤੇ ਫਿਰ ਆਪਣੇ ਮਨ ਨੂੰ ਦਿਲਾਸਾ ਦੇ ਦਿੰਦਾ। ਸ਼ਾਮ ਨੂੰ ਅਸੀਂ ਦਿੱਲੀ ਪਹੁੰਚ ਗਏ। ਪਹਿਲਾਂ ਮੈਂ ਦਿੱਲੀ ਹਸਪਤਾਲ ਵਿੱਚ ਜਾ ਕੇ ਆਪਣੀ ਪਤਨੀ ਦੇ ਸਾਰੇ ਟੈਸਟ ਤੇ ਦਵਾਈਆਂ ਵਾਲੀਆਂ ਪਰਚੀਆਂ ਦਿਖਾਈਆਂ। ਡਾਕਟਰਾਂ ਨੇ ਟੈਸਟ ਵੇਖਦੇ ਸਾਰ ਹੀ ਫਟਾਫਟ ਮੇਰੀ ਪਤਨੀ ਨੂੰ ਐਡਮਿਟ ਕਰ ਲਿਆ। ਮੇਰੀ ਪਤਨੀ ਦੀ ਹਾਲਤ ਵਿਗੜਦੀ ਜਾ ਰਹੀ ਸੀ। ਮੇਰਾ ਸਾਲਾ ਸਿੰਗਾਪੁਰ ਗਿਆ ਹੋਇਆ ਸੀ। ਮੇਰੀ ਪਤਨੀ ਵਾਰ-ਵਾਰ ਉਸਦਾ ਨਾਮ ਹੀ ਲਈ ਜਾ ਰਹੀ ਸੀ। ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਪੁੱਤ ਇਹ ਵਾਰ-ਵਾਰ ਆਪਣੇ ਭਰਾ ਨੂੰ ਯਾਦ ਕਰ ਰਹੀ ਹੈ, ਕਿਉਂਕਿ ਨਾ ਉਹ ਆਪਾਂ ਫੋਨ ਕਰਕੇ ਕਰ ਦਈਏ, ਕੀ ਪਤਾ ਹੁਣੋਂ ਮਿਲ ਕੇ ਇਸਦਾ ਚਿੱਤ ਰਾਜੀ ਹੀ ਹੋ ਜਾਵੇ। ਮੈਂ ਆਪਣੇ ਸਾਲੇ ਨੂੰ ਫੋਨ ਕਰ ਦਿੱਤਾ, ਜੇ ਤੇਰੀ ਭੈਣ ਦੀ ਤਬੀਅਤ ਜ਼ਿਆਦਾ ਖਰਾਬ ਹੈ ਤੇ ਉਹ ਤੈਨੂੰ ਬਹੁਤ ਯਾਦ ਕਰ ਰਹੀ ਹੈ। ਤੀਸਰੇ ਦਿਨ ਮੇਰਾ ਸਾਲਾ ਟਿਕਟ ਕਰਵਾ ਕੇ ਵਾਪਸ ਆ ਰਿਹਾ ਸੀ। ਇੱਧਰ ਮੇਰੀ ਪਤਨੀ ਦੀ ਹਾਲਤ ਵਿੱਚ ਬਹੁਤ ਜ਼ਿਆਦਾ ਵਿਗੜ ਗਈ ਸੀ। ਡਾਕਟਰਾਂ ਨੇ ਸਭ ਨੂੰ ਬਾਹਰ ਕੱਢ ਦਿੱਤਾ। ਜਦੋਂ ਡਾਕਟਰ ਨੇ ਮੈਨੂੰ ਵੀ ਬਾਹਰ ਜਾਣ ਲਈ ਕਿਹਾ ਤਾਂ ਮੇਰੀ ਪਤਨੀ ਨੇ ਜ਼ੋਰ ਦੀ ਮੇਰਾ ਹੱਥ ਫੜ ਲਿਆ ਸੀ। ਡਾਕਟਰਾਂ ਨੇ ਦੇਖਿਆ ਤੇ ਫਿਰ ਉਹਨਾਂ ਨੇ ਮੈਨੂੰ ਉੱਥੇ ਹੀ ਰੁਕ ਜਾਣ ਲਈ ਕਿਹਾ। ਮੇਰੀ ਪਤਨੀ ਬਹੁਤ ਔਖੇ ਸਾਹ ਲਈ ਜਾ ਰਹੀ ਸੀ। ਉਸਨੇ ਮੈਨੂੰ ਇਸ਼ਾਰਾ ਕੀਤਾ ਕਿ ਮੈਂ ਉਸਦੇ ਕੋਲ ਬੈਠ ਜਾਵਾਂ। ਜਦੋਂ ਮੈਂ ਉਸਦੇ ਕੋਲ ਬੈਠ ਗਿਆ ਤਾਂ ਮੇਰੀਆਂ ਅੱਖਾਂ ਵਿੱਚੋਂ ਤਿਪ-ਤਿਪ ਕਰਕੇ ਹੰਝੂ ਡਿੱਗਣ ਲੱਗੇ। ਉਸਨੇ ਮੇਰੇ ਡਿੱਗਦੇ ਹੋਏ ਹੰਝੂਆਂ ਵੱਲ ਵੇਖ ਕੇ ਕਿਹਾ ਕਿ ਨਾ ਰੋਵੋ ਨਾ, ਤੁਸੀਂ ਤਾਂ ਆਪਣੇ ਬੱਚੇ ਪਾਲਣੇ ਨੇ। ਮੈਂ ਕਿਹਾ, ਨਹੀਂ, ਬੱਚੇ ਮੇਰੇ ਇਕੱਲੇ ਤੋਂ ਨਹੀਂ ਪਾਲੇ ਜਾਣੇ, ਆਪਾਂ ਦੋਨੇ ਇਕੱਠੇ ਪਾਲਾਂਗੇ। ਪਰ ਉਸਨੇ ਹੌਂਕਾ ਭਰਦਿਆਂ ਹੋਇਆ ਕਿਹਾ, ਮੇਰੇ ਕੋਲ ਹੁਣ ਬਹੁਤ ਘੱਟ ਟਾਈਮ ਹੈ, ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਤੁਹਾਨੂੰ ਪਿਆਰ ਕਰਦੀ ਹਾਂ। ਤੇ ਇੱਕ ਆਪਣੇ ਵੀਰ ਨੂੰ ਇੰਨਾ ਕਹਿ ਕੇ ਉਹ ਲੰਬੇ ਸਾਹ ਲੈਣ ਲੱਗੀ। ਫਿਰ ਉਸਨੇ ਬਹੁਤ ਔਖਾ ਹੋ ਕੇ ਬੋਲਿਆ ਕਿ ਦੇਖੀਂ ਕਿਤੇ ਮੇਰੀਆਂ ਧੀਆਂ ਨੂੰ ਰੋਲ ਨਾ ਦੇਵੀਂ। ਮੈਂ ਉਸਦਾ ਹੱਥ ਆਪਣੇ ਦੋਵੇਂ ਹੱਥਾਂ ਦੇ ਵਿੱਚ ਫੜ ਕੇ ਹਾਮੀ ਵਿੱਚ ਸਿਰ ਹਿਲਾਉਂਦਿਆਂ ਆਪਣੀਆਂ ਅੱਖਾਂ ਪੂੰਝ ਕੇ ਜਦੋਂ ਮੈਂ ਉਸਦੇ ਚਿਹਰੇ ਵੱਲ ਵੇਖਿਆ ਤਾਂ ਉਹ ਇੰਜ ਪਈ ਸੀ ਜਿਵੇਂ ਬਹੁਤੇ ਸਮੇਂ ਦੀ ਸੁੱਤੀ ਪਈ ਹੋਵੇ। ਮੈਂ ਉਸਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਨਾ ਉਸ ਬੋਲ ਰਹੀ ਸੀ ਤੇ ਨਾ ਹੀ ਹੱਥ ਪੈਰ ਹਿਲਾ ਰਹੀ ਸੀ। ਨਰਸ ਨੇ ਮੈਨੂੰ ਬਾਹੋਂ ਫੜ ਕੇ ਕਮਰੇ ਤੋਂ ਬਾਹਰ ਕਰ ਦਿੱਤਾ ਤੇ ਉਸਨੇ ਮੂੰਹ ਉੱਪਰ ਕੱਪੜਾ ਦੇ ਦਿੱਤਾ। ਮੈਂ ਕਮਰੇ ਚੋਂ ਬਾਹਰ ਆ ਕੇ ਕੰਧ ਦੇ ਨਾਲ ਪਾਗਲਾਂ ਵਾਂਗ ਟੱਕਰਾਂ ਮਾਰ ਕੇ ਰੋ ਰਿਹਾ ਸੀ। ਅੱਜ ਮੇਰੀ ਦੁਨੀਆ ਉੱਜੜ ਗਈ ਸੀ।
ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਸੀ। ਮੇਰੀ ਸੱਸ ਵੀ ਮੈਨੂੰ ਦੇਖ ਕੇ ਰੋਣ ਲੱਗ ਗਈ ਕਿਉਂਕਿ ਉਸਦੀ ਵੀ ਅੱਜ ਕੁੱਖ ਉੱਜੜ ਗਈ ਸੀ। ਮੈਂ ਤੇ ਮੇਰੀ ਸੱਸ ਕਿੰਨਾ ਚਿਰ ਪਾਗਲਾਂ ਵਾਂਗ ਰੋਂਦੇ ਰਹੇ, ਰੋ ਰੋ ਕੇ ਪਾਗਲ ਹੋ ਗਏ। ਡਾਕਟਰ ਅੰਦਰ ਆਪਣਾ ਕੰਮ ਕਰੀ ਜਾ ਰਹੇ ਸੀ ਤੇ ਫਿਰ ਉਹਨਾਂ ਨੇ ਕਮਰਾ ਬੰਦ ਕਰ ਦਿੱਤਾ। ਇੰਨੇ ਨੂੰ ਮੇਰਾ ਸਾਲਾ ਹਸਪਤਾਲ ਵਿੱਚ ਪਹੁੰਚਿਆ ਤੇ ਕਾਹਲੀ ਕਾਹਲੀ ਸਾਡੇ ਕੋਲ ਆ ਕੇ ਕਹਿਣ ਲੱਗਾ, ਕਿੱਥੇ ਹੈ ਭੈਣ? ਮੈਂ ਰੋਂਦੇ ਹੋਏ ਨੇ ਕਿਹਾ, ਹੁਣ ਤਾਂ ਤੇਰੀ ਭੈਣ ਇੰਨੀ ਦੂਰ ਜਾ ਚੁੱਕੀ ਹੈ ਕਿ ਉਸ ਨੂੰ ਕਿਸੇ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਮੇਰੇ ਸਾਲੇ ਨੇ ਡਾਕਟਰਾਂ ਨੂੰ ਬਹੁਤ ਕਿਹਾ ਕਿ ਕਿਵੇਂ ਨਾ ਕਿਵੇਂ ਮੇਰੀ ਗੱਲ ਕਰਵਾ ਦਿਓ, ਪਰ ਡਾਕਟਰਾਂ ਨੇ ਸਿਰ ਮਾਰ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਸਮਾਂ ਮਸ਼ੀਨ ਲਾਈ ਰੱਖੀ ਹੈ ਕਿ ਤੁਹਾਡੇ ਨਾਲ ਗੱਲ ਹੋ ਸਕੇ, ਪਰ ਤੁਸੀਂ ਬਹੁਤ ਦੇਰ ਕਰ ਦਿੱਤੀ ਹੈ, ਹੁਣ ਕੁਝ ਨਹੀਂ ਹੋ ਸਕਦਾ। ਸਾਡੇ ਵਿੱਚ ਤਿੰਨਾਂ ਵਿੱਚ ਕੋਈ ਹਿੰਮਤ ਨਹੀਂ ਕਰ ਰਿਹਾ ਸੀ ਕਿ ਘਰ ਫੋਨ ਕਰਕੇ ਕਿਵੇਂ ਦੱਸੀਏ। ਫਿਰ ਮੈਂ ਆਪਣੀ ਪਿਤਾ ਜੀ ਨੂੰ ਫੋਨ ਲਾਇਆ। ਮੇਰੇ ਤੋਂ ਕੁਝ ਵੀ ਬੋਲਿਆ ਨਹੀਂ ਜਾ ਰਿਹਾ ਸੀ, ਬਸ ਮੇਰੀਆਂ ਚੀਕਾਂ ਹੀ ਨਿਕਲ ਗਈਆਂ। ਘਰ ਆ ਕੇ ਮੈਂ ਆਪਣੀਆਂ ਦੋਵਾਂ ਧੀਆਂ ਨੂੰ ਚੁੱਕ ਕੇ ਆਪਣੀ ਪਤਨੀ ਦੇ ਕੋਲ ਬੈਠ ਗਿਆ। ਬਹੁਤ ਰੋਇਆ। ਜਦੋਂ ਮੇਰੀ ਪਤਨੀ ਨੂੰ ਚੁੱਕਣ ਲੱਗੇ ਤਾਂ ਮੇਰਾ ਦਿਲ ਫਾਟ ਰਿਹਾ ਸੀ। ਉਸ ਵਕਤ ਮੇਰੇ ਤੇ ਕੀ ਬੀਤ ਰਹੀ ਸੀ ਕਿ ਮੈਂ ਬਿਆਨ ਹੀ ਵੀ ਨਹੀਂ ਕਰ ਸਕਦਾ। ਫਿਰ 2 ਮਹੀਨੇ ਬਾਅਦ ਮੈਂ ਵਾਪਸ ਫੌਜ ਵਿੱਚ ਚਲਾ ਗਿਆ ਤੇ ਮਗਰੋਂ ਮੇਰੀ ਭੈਣ ਤੇ ਮੇਰੀ ਮਾਂ ਨੇ ਮੇਰੀਆਂ ਧੀਆਂ ਦਾ ਬਹੁਤ ਹੀ ਖਿਆਲ ਰੱਖਿਆ। ਹੁਣ ਮੇਰੀਆਂ ਧੀਆਂ 5 ਸਾਲ ਦੀਆਂ ਹੋ ਗਈਆਂ ਨੇ। ਬੇਸ਼ੱਕ ਸਾਡਾ ਪਰਿਵਾਰ ਉਹਨਾਂ ਨੂੰ ਬਹੁਤ ਪਿਆਰ ਕਰਦਾ ਹੈ, ਪਰ ਉਹ ਮਾਂ ਵਾਲੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ। ਉਸ ਤੋਂ ਬਾਅਦ ਮੇਰਾ ਰਿਸ਼ਤੇਦਾਰਾਂ ਨੇ ਬਹੁਤ ਵਾਰੀ ਵਿਆਹ ਕਰਵਾਉਣ ਦੀ ਲਈ ਕਿਹਾ ਤੇ ਬਹੁਤ ਸਾਰੇ ਰਿਸ਼ਤੇ ਵੀ ਆਏ, ਪਰ ਮੈਂ ਕਦੇ ਵੀ ਆਪਣੀ ਪਤਨੀ ਦੀ ਜਗ੍ਹਾ ਕਿਸੇ ਹੋਰ ਨੂੰ ਨਹੀਂ ਦੇ ਸਕਦਾ। ਇੱਕ ਰਿਸ਼ਤਾ ਮੇਰੀ ਭੂਆ ਦਾ ਲੜਕਾ ਲੈ ਕੇ ਆਇਆ, ਮੈਂ ਨਾ ਕਰ ਦਿੱਤੀ। ਭੂਆ ਦਾ ਲੜਕਾ ਕਹਿਣ ਲੱਗਾ ਕਿ ਗਰੀਬ ਘਰ ਦੀ ਕੁੜੀ ਹੈ, ਉਸਦੀ ਵੀ ਜ਼ਿੰਦਗੀ ਬਣ ਜਾਵੇਗੀ ਤੇ ਤੇਰੀਆਂ ਵੀ ਨਿਆਣੀਆਂ ਨੂੰ ਮਾਂ ਮਿਲ ਜਾਵੇਗੀ। ਉਹ ਬਹੁਤ ਹੀ ਸਿਆਣੀ ਕੁੜੀ ਹੈ। ਉਹ ਉਹਨਾਂ ਨੂੰ ਸਖੀ ਮਾਂ ਵਾਂਗ ਹੀ ਸਾਂਭੇਗੀ। ਘਰਦਿਆਂ ਦੇ ਜ਼ੋਰ ਪਾਉਣ ਤੇ ਉਹਨਾਂ ਨੇ ਮੇਰੇ ਵੱਲੋਂ ਹਾਂ ਕਰਵਾ ਦਿੱਤੀ। ਮੈਨੂੰ ਡਰ ਤਾਂ ਬਹੁਤ ਲੱਗਦਾ ਸੀ ਕਿ ਪਤਾ ਨਹੀਂ ਮੇਰੀਆਂ ਧੀਆਂ ਨੂੰ ਕਿਵੇਂ ਸਮਝੇਗੀ, ਪਰ ਜਿਵੇਂ ਮੇਰੀ ਭੂਆ ਦਾ ਮੁੰਡਾ ਕਹਿੰਦਾ ਸੀ, ਉਹ ਕੁੜੀ ਉਵੇਂ ਦੀ ਹੀ ਨਿਕਲੀ। ਉਸਨੇ ਵਿਆਹ ਤੋਂ ਅਗਲੇ ਦਿਨ ਹੀ ਸਭ ਤੋਂ ਪਹਿਲਾਂ ਉੱਠ ਕੇ ਮੇਰੀਆਂ ਦੋਵਾਂ ਧੀਆਂ ਨੂੰ ਨਵਾ ਕੇ ਉਹਨਾਂ ਦੇ ਸਿਰ ਵਾਹੇ। ਉਹ ਮੇਰੀਆਂ ਧੀਆਂ ਨੂੰ ਉਂਝ ਹੀ ਪਿਆਰ ਕਰਦੀ ਸੀ ਜਿਵੇਂ ਉਹਨਾਂ ਦੀ ਸਖੀ ਮਾਂ ਕਰਦੀ ਹੈ। ਫਿਰ ਮੈਂ ਆਪਣੀ ਦੂਜੀ ਪਤਨੀ ਤੇ ਦੋਵਾਂ ਧੀਆਂ ਨੂੰ ਆਪਣੇ ਨਾਲ ਹੀ ਫੌਜ ਵਿੱਚ ਲੈ ਗਿਆ। ਮੇਰੀ ਡਿਊਟੀ ਤੇ ਜਾਣ ਤੋਂ ਪਹਿਲਾਂ ਉਹ ਦੋਵਾਂ ਕੁੜੀਆਂ ਨੂੰ ਤਿਆਰ ਕਰਕੇ ਬੈੱਡ ਤੇ ਬਿਠਾ ਦਿੰਦੀ ਸੀ। ਮੈਂ ਡਿਊਟੀ ਜਾਣ ਤੋਂ ਪਹਿਲਾਂ ਦੋਵਾਂ ਧੀਆਂ ਨੂੰ ਸਕੂਲ ਛੱਡ ਕੇ ਆਉਂਦਾ ਸੀ। ਇੱਕ ਦਿਨ ਵੀ ਹੁਣੇ ਮੇਰੀਆਂ ਧੀਆਂ ਨੂੰ ਕਦੇ ਵੀ ਘੂਰਿਆ ਨਹੀਂ ਸੀ। ਹੁਣ ਇਹ ਧੀਆਂ ਸਿਰਫ ਮੇਰੀਆਂ ਹੀ ਨਹੀਂ, ਉਹਦੀਆਂ ਵੀ ਬਹੁਤ ਪਿਆਰੀਆਂ ਧੀਆਂ ਬਣ ਗਈਆਂ ਸੀ। ਮਤਰੇਈ ਮਾਂ ਵਾਲਾ ਉਹਦੇ ਵਿੱਚ ਕੋਈ ਵੀ ਬਲ ਵਿੰਗ ਨਹੀਂ ਸੀ। ਕੋਈ ਵੀ ਓਪਰਾ ਬੰਦਾ ਦੇਖ ਕੇ ਕਹਿ ਨਹੀਂ ਸਕਦਾ ਸੀ ਕਿ ਇਹਨਾਂ ਦੀ ਇਹ ਸਖੀ ਮਾਂ ਨਹੀਂ ਹੈ। ਮੈਨੂੰ ਮੇਰੀ ਪਹਿਲੀ ਪਤਨੀ ਕਦੇ ਵੀ ਨਹੀਂ ਭੁੱਲਦੀ, ਪਰ ਮੇਰੀ ਦੂਜੀ ਪਤਨੀ ਨੇ ਮੇਰੀਆਂ ਧੀਆਂ ਦਾ ਇੰਨੀ ਚੰਗੀ ਤਰ੍ਹਾਂ ਸੰਭਾਲ ਕੀਤੀ ਕਿ ਉਹਦੇ ਲਈ ਮੇਰੇ ਦਿਲ ਵਿੱਚ ਇੱਜ਼ਤ ਅਤੇ ਜਗ੍ਹਾ ਬਣ ਗਈ। ਹਾਂਜੀ, ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਤੇ ਵੀਡੀਓ ਬੋਲਣ ਵਿੱਚ, ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ, ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ। ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ
ਕਰਨਾ ਬਿਲਕੁਲ ਵੀ ਨਾ ਭੁੱਲਣਾ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਧੰਨਵਾਦ ਜੀ ਸਾਰਿਆਂ ਦਾ।